ਤੁਸੀਂ ਪ੍ਰਕਿਰਿਆ ਜਿਹੜੀ ਬਾਕੀ ਦੀ ਆ ਜਾ ਕੇ ਆਪਣੇ ਦਫ਼ਤਰਾਂ ਦੇ ਵਿੱਚ ਬੈਠ ਕੇ ਕਰਿਓ। ਬੋਲੀਕਾਰ ਜਿਹੜਾ ਸੀ ਉਹ ਵੀ ਕਹਿੰਦਾ ਵੀ ਮੈਂ ਇਸ ਤਣਾਅ ਭਰੇ ਮਾਹੌਲ ਦੇ ਵਿੱਚ ਕੁਝ ਨਹੀਂ ਕਰ ਸਕਦਾ। ਤੁਸੀਂ ਕਰ ਸਕਦੇ ਹੋ ਤਾਂ ਤੁਹਾਡੀ ਇੱਛਾ। ਇੱਕ ਟਿੱਪਣੀ ਨਾ ਜਾਇਜ਼ ਨਹੀਂ ਹੈਗੀ ਤੇ ਤੁਸੀਂ ਜਾਇਜ਼ ਕਰ ਲਓ। ਤੁਸੀਂ ਜਾਇਜ਼ ਕਰ ਲਓ। ਤੁਸੀਂ ਮਜ਼ਾਕ ਉਡਾਉਂਦੇ ਹੋ। ਨਹੀਂ ਮਜ਼ਾਕ ਨਹੀਂ ਮਜ਼ਾਕ ਉਡਾਉਣ ਵਾਲੀ ਗੱਲ ਹਾਂ ਮਜ਼ਾਕ ਉਡਾਉਂਦੇ ਆ ਉਡਾਉਂਦੇ ਆ ਉਡਾ ਰਹੇ ਆ ਮਜ਼ਾਕ। ਹਟ ਜਾਓ ਫਿਰ ਤੁਹਾਨੂੰ ਬਾਰ-ਬਾਰ ਕਹਿਣਾ ਪੈ ਰਿਹਾ। ਡੀਡੀਪੀ ਸਾਹਿਬ ਤੁਸੀਂ ਨਿੱਜੀ ਨਾ ਲਓ ਇੰਨਾ ਕੋਈ ਫਾਇਦਾ ਨਹੀਂ। ਤੁਸੀਂ ਨਿੱਜੀ ਗੱਲ ਕਰਦੇ ਨਾ ਫਿਰ ਤੁਸੀਂ ਦੇ ਲਓ ਬੋਲੀ। ਇਹ ਕੋਈ ਗੱਲ ਕਰਨਾ ਚਲੋ ਡੀਡੀਪੀ ਸਾਹਿਬ ਨੌਕਰੀ ਕਰਨੀ ਆ ਜੇ ਤੁਸੀਂ ਨੌਕਰੀ ਕਰ ਲਓ ਚੁੱਪ ਕਰਕੇ। ਧਮਕੀ ਨਾ ਦਿਓ। ਹਾਂ ਮੈਂ ਧਮਕੀ ਦੇ ਰਿਹਾ ਨੌਕਰੀ ਕਰਨੀ ਆ ਜੇ ਤੁਸੀਂ ਕਰ ਲਓ ਨੌਕਰੀ। ਇਹਨਾਂ ਨੂੰ ਰੋਕੋ ਪਲੀਜ਼। ਮੈਂ ਕਾਹਦੇ ਰੋਕਾਂ? ਅਸੀਂ ਤਾਂ ਨੌਕਰੀ ਤੋਂ ਕੱਢੇ ਹੋਏ ਆ। ਤੁਹਾਨੂੰ ਪਤਾ ਕੀ ਰੁਤਬਾ ਐਮਐਲਏ ਸਾਹਿਬ ਦਾ? ਗੱਲ ਤਾਂ ਸਰ ਹਰੇਕ ਬੰਦਾ ਕਰ ਰਿਹਾ। ਤੁਹਾਨੂੰ ਪਤਾ ਰੁਤਬਾ ਕੀ ਹੈ ਐਮਐਲਏ ਸਾਹਿਬ ਦਾ? ਤੁਸੀਂ ਧੱਕਾ ਕਰਾਵਾਂਗੇ। ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਲੋਕਾਂ ਦੇ ਮਸਲਿਆਂ ਨੂੰ ਹੱਲ ਕਰਨ ਦੇ ਚੱਲਦਿਆਂ ਅਕਸਰ ਸੁਰਖੀਆਂ 'ਚ ਰਹਿੰਦੇ ਨੇ। ਬੀਤੇ ਦਿਨ ਬੈਂਸ ਬਿਜਲੀ ਵਿਭਾਗ ਵੱਲੋਂ ਲੋਕਾਂ ਦੇ ਕੱਟੇ ਗਏ ਕਨੈਕਸ਼ਨ ਜੋੜਨ ਲਈ ਪਹੁੰਚੇ ਸਨ। ਹੁਣ ਬੈਂਸ ਨੇ ਪਿੰਡ ਵਾਸੀਆਂ ਨਾਲ ਮਿਲ ਕੇ ਪੰਚਾਇਤੀ ਜ਼ਮੀਨਾਂ ਦੀ ਬੋਲੀ ਰੱਦ ਕਰਵਾਈ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਪੰਚਾਇਤੀ ਜ਼ਮੀਨਾਂ ਤੇ ਉਦਯੋਗਿਕ ਇਕਾਈਆਂ ਲਗਾਉਣ ਲਈ ਜੋ ਨੀਤੀ ਤਿਆਰ ਕੀਤੀ ਗਈ ਹੈ ਉਸ ਦੇ ਤਹਿਤ ਸੂਬੇ 'ਚ ਪੰਚਾਇਤੀ ਜ਼ਮੀਨ ਦੀ ਪਹਿਲੀ ਬੋਲੀ ਮਾਛੀਵਾੜਾ ਬਲਾਕ ਦੇ ਪਿੰਡ ਖਾਨਪੁਰ ਮੰਡ ਵਿਖੇ ਰੱਖੀ ਗਈ ਸੀ। ਮੌਕੇ ਤੇ ਪਹੁੰਚੇ ਸਿਮਰਜੀਤ ਸਿੰਘ ਬੈਂਸ ਅਤੇ ਪਿੰਡ ਵਾਸੀਆਂ ਦੇ ਵਿਰੋਧ ਕਾਰਨ ਇਹ ਬੋਲੀ ਰੱਦ ਹੋ ਗਈ, ਜਿਸ ਕਾਰਨ ਅਧਿਕਾਰੀਆਂ ਨੂੰ ਉੱਥੋਂ ਬੇਰੰਗ ਪਰਤਣਾ ਪਿਆ। ਤੁਸੀਂ ਵੀ ਦੇਖੋ ਸਿਮਰਜੀਤ ਬੈਂਸ ਅਤੇ ਮੌਕੇ ਤੇ ਮੌਜੂਦ ਅਧਿਕਾਰੀਆਂ ਦਰਮਿਆਨ ਹੋਈ ਤਕਰਾਰ। 125 ਦੇ ਹੈਗੇ ਆ। ਤੁਹਾਨੂੰ ਅਸੀਂ 20% ਦਾ ਹੁੰਦਾ ਗ੍ਰਾਮ ਸਭਾ ਅਸੀਂ ਤੁਹਾਨੂੰ ਵਿਦ ਡਿਊ ਕੋਰਸ ਆਫ ਲਾਅ ਛੋਟੇ ਵੀਰ ਸਾਰਾ ਕੁਝ ਪਾ ਕੇ ਤੁਹਾਡੇ ਦਾ ਕਰ ਜੂ ਸਾਡਾ ਨਹੀਂ ਸਾਡੀ ਪ੍ਰਕਿਰਿਆ ਜਿਹੜੀ ਹੈ ਬਿਲਕੁਲ ਨਿਰਧਾਰਤ ਕਾਨੂੰਨੀ ਪ੍ਰਕਿਰਿਆ ਚੱਲ ਰਹੀ ਹੈ। ਇਹ ਕਿਹੜਾ ਸਰ ਕੱਲੂ ਕੋ ਇੰਡਸਟਰੀ ਲੱਗ ਇਹ ਸਮਝੇ ਨਹੀਂ ਤੁਸੀਂ। ਪ੍ਰਕਿਰਿਆ ਜਿਹੜੀ ਬਾਕੀ ਦੀ ਆ ਜਾ ਕੇ ਆਪਣੇ ਦਫ਼ਤਰਾਂ ਦੇ ਵਿੱਚ ਬੈਠ ਕੇ ਕਰਿਓ। ਬੋਲੀਕਾਰ ਜਿਹੜਾ ਸੀ ਉਹ ਵੀ ਕਹਿੰਦਾ ਵੀ ਮੈਂ ਇਸ ਤਣਾਅ ਭਰੇ ਮਾਹੌਲ ਦੇ ਵਿੱਚ ਕੁਝ ਨਹੀਂ ਕਰ ਸਕਦਾ। ਤੁਸੀਂ ਕਰ ਸਕਦੇ ਹੋ ਤਾਂ ਤੁਹਾਡੀ ਇੱਛਾ। ਤੁਸੀਂ ਆਪੇ ਬੋਲੀ ਦੇਣੀ ਆ ਤਾਂ ਦੇ ਲਓ। ਇੱਕ ਟਿੱਪਣੀ ਨਾ ਜਾਇਜ਼ ਨਹੀਂ ਹੈਗੀ ਤੇ ਤੁਸੀਂ ਜਾਇਜ਼ ਕਰ ਲਓ। ਤੁਸੀਂ ਜਾਇਜ਼ ਕਰ ਲਓ। ਤੁਸੀਂ ਮਜ਼ਾਕ ਉਡਾਉਂਦੇ ਹੋ। ਨਹੀਂ ਮਜ਼ਾਕ ਨਹੀਂ ਮਜ਼ਾਕ ਉਡਾਉਣ ਵਾਲੀ ਗੱਲ ਹਾਂ ਮਜ਼ਾਕ ਉਡਾਉਂਦੇ ਆ ਉਡਾਉਂਦੇ ਆ ਉਡਾ ਰਹੇ ਆ ਮਜ਼ਾਕ। ਉਡਾਉਂਦੇ ਆ ਮਜ਼ਾਕ। ਅਸੀਂ ਕੋਈ ਨਿੱਜੀ ਗੱਲ ਮੈਂ ਤਾਂ ਹੀ ਕਹਿੰਦਾ ਉਡਾਉਂਦੇ ਆ। ਅਸੀਂ ਨਿੱਜੀ ਨਹੀਂ ਬੈਠੇ ਆ। ਸਾਡੀ ਇਹ ਪਿੰਡ ਨਾਲ ਸਿਰਫ ਸਾਡੀ ਸਿੰਪਥੀ ਆ ਵੀ ਇਹ ਚਾਹ ਨਹੀਂ ਪਿਆ। ਬਾਕੀ ਪਿੰਡਾਂ ਦੇ ਵਿੱਚ ਵੀ ਇਹ ਵੜ ਗਿਆ ਭੇੜੀਆ ਜਾ ਕੇ ਲੈਂਡ ਮਾਫੀਆ ਲੋਕਾਂ ਦਾ। ਅਸੀਂ ਉਹ ਭੇੜੀਏ ਨੂੰ ਨਕੇਲ ਪਾਉਣ ਲਈ ਆਏ ਹਾਂ। ਬਿਲਕੁਲ ਕਰੋ ਸਰ। ਬਿਲਕੁਲ ਕਰੋ ਸਰ। ਹਟ ਜਾਓ ਫਿਰ ਤੁਹਾਨੂੰ ਬਾਰ-ਬਾਰ ਕਹਿਣਾ ਪੈ ਰਿਹਾ। ਡੀਡੀਪੀ ਸਾਹਿਬ ਤੁਸੀਂ ਨਿੱਜੀ ਨਾ ਲਓ ਇੰਨਾ ਕੋਈ ਫਾਇਦਾ ਨਹੀਂ। ਤੁਸੀਂ ਨਿੱਜੀ ਗੱਲ ਕਰਦੇ ਨਾ ਫਿਰ ਤੁਸੀਂ ਦੇ ਲਓ ਬੋਲੀ। ਇਹ ਕੋਈ ਗੱਲ ਕਰਨਾ ਚਲੋ ਕੋਈ ਗੱਲ ਨਹੀਂ ਮੰਨੋ ਨਾ ਨਹੀਂ ਅਸੀਂ ਮੰਨੇ ਜਾਣਗੇ। ਤੁਸੀਂ ਆਪਣਾ ਵਿਊ ਪੁਆਇੰਟ ਰੱਖ ਰਹੇ ਹੋ, ਮੈਂ ਆਪਣਾ ਸਰਕਾਰ ਦਾ ਜਾਂ ਜਿਹੜੀ ਵਿਊ ਪੁਆਇੰਟ ਰੱਖ ਰਹੇ ਕਰਨੀ ਆ ਜੇ ਤੁਸੀਂ ਨੌਕਰੀ ਕਰ ਲਓ ਚੁੱਪ ਕਰਕੇ। ਧਮਕੀ ਨਾ ਦਿਓ। ਹਾਂ ਮੈਂ ਧਮਕੀ ਦੇ ਰਿਹਾ ਨੌਕਰੀ ਕਰਨੀ ਆ ਜੇ ਤੁਸੀਂ ਕਰ ਲਓ ਨੌਕਰੀ। ਇਹਨਾਂ ਨੂੰ ਰੋਕੋ ਪਲੀਜ਼। ਮੈਂ ਕਾਹਦੇ ਰੋਕਾਂ? ਅਸੀਂ ਤਾਂ ਨੌਕਰੀ ਤੋਂ ਕੱਢੇ ਹੋਏ ਆ। ਹਾਂ ਨੌਕਰੀ ਤੁਸੀਂ ਕਰਨੀ ਆ। ਨਿੱਜੀ ਚੰਗਾ ਸ਼ਾਂਤੀਆਂ ਗੱਲ ਮਾਹੌਲ ਚੰਗਾ ਨਹੀਂ ਲੱਗਦਾ। ਨਿੱਜੀ ਟੈਗ ਨਹੀਂ ਕਰਨਾ, ਪਰਸਨਲ ਟੈਗ ਨਹੀਂ ਕਰਨਾ। ਤੁਸੀਂ ਨਾ ਅਟੈਕ ਕਰ ਰਹੇ ਹੋ ਐਮਐਲਏ ਸਾਹਿਬ ਦੇ ਸਾਹਮਣੇ। ਤੁਸੀਂ ਜਵਾਨ ਲੜਾ ਰਹੇ ਹੋ। ਤੁਹਾਨੂੰ ਪਤਾ ਨਹੀਂ ਤੁਹਾਡਾ ਕੀ ਰੁਤਬਾ ਤੇ ਐਮਐਲਏ ਸਾਹਿਬ ਦਾ ਕੀ ਰੁਤਬਾ? ਤੁਹਾਨੂੰ ਪਤਾ ਕੀ ਰੁਤਬਾ ਐਮਐਲਏ ਸਾਹਿਬ ਦਾ? ਗੱਲ ਤਾਂ ਸਰ ਹਰੇਕ ਬੰਦਾ ਕਰ ਰਿਹਾ। ਤੁਹਾਨੂੰ ਪਤਾ ਰੁਤਬਾ ਕੀ ਹੈ ਐਮਐਲਏ ਸਾਹਿਬ ਦਾ? ਤੁਸੀਂ ਧੱਕਾ ਕਰਾਵਾਂਗੇ ਐਮਐਲਏ ਦਾ ਐਮਐਲਏ ਸਾਹਿਬ ਦੇ ਸਾਹਮਣੇ ਮੈਂ ਕਿਹੜੀ ਗਲਤ ਤੁਸੀਂ ਬੋਲੀ ਦੇ ਤੁਸੀਂ ਸਾਹਮਣੇ ਬੈਠੇ ਹੋ ਕੁਰਸੀ ਤੇ ਤੁਹਾਡਾ ਰੁਤਬਾ ਹੈ ਇਹ ਖੜਾ ਹੋ ਕੇ ਤੁਹਾਡਾ ਖੜਾ ਹੋਣ ਦਾ ਰੁਤਬਾ। ਲੋਕ ਕਹਿੰਦੇ ਨੇ ਬੋਲੇ ਨਹੀਂ ਹੋਣੇ ਤੁਸੀਂ ਕਹਿੰਦੇ ਕਰਾਉਣੀ ਆ। ਸੁਣ ਲਈ ਗੱਲ। ਲੈਣ ਵਾਲਾ ਕਹਿੰਦਾ ਮੈਂ ਨਹੀਂ ਲੈਣੀ। ਜਾਓ ਦੋਸਤੋ ਪੜ ਕੇ ਆਓ। ਪੜ ਕੇ ਆਓ ਤੁਸੀਂ। ਇਹ ਹਾਲਾਤ ਨਾ ਖਰਾਬ ਕਰੋ। ਚੱਲ ਜਾਓ ਜਾ ਕੇ ਆਪਣੇ ਦਫ਼ਤਰ ਜਾਂ ਤੁਸੀਂ ਜਵਾਨ ਲੜਾਣੇ ਥਾਣੇ ਜਾਓ। ਉੱਥੇ ਸਾਡੇ ਖਿਲਾਫ ਤੁਸੀਂ ਥਾਣੇ ਜਾ ਕੇ ਰੁਕ ਜਾਓ। ਤੁਸੀਂ ਥਾਣੇ ਜਾਓ। ਜਿਹੜਾ ਅਸੀਂ ਤੁਹਾਨੂੰ ਕੋਈ ਮਾੜਾ ਚੰਗਾ ਬੋਲਿਆ, ਤੁਹਾਡੀ ਬੋਲੀ 'ਚ ਵਿਘਨ ਪਾਇਆ, ਤੁਸੀਂ ਉੱਥੇ ਜਾ ਕੇ ਕਾਰਵਾਈ ਕਰਾਓ ਸਾਡੇ ਤੇ। ਜਾਓ ਸਰ। ਇੱਥੇ ਦੇ ਮਾਹੌਲ ਨੂੰ ਤਣਾਅਪੂਰਨ ਨਾ ਕਰੋ। ਜਾਓ। ਮੈਂ ਸਰ ਕੋਈ ਇਦਾਂ ਦਾ ਕੰਮ ਨਹੀਂ ਕਰ ਰਿਹਾ, ਇਦਾਂ ਦੀ ਕੋਈ ਗੱਲ ਨਹੀਂ ਕਰ ਰਿਹਾ ਕਿ ਜਿੰਨਾ ਮਾਹੌਲ ਤਣਾਅਪੂਰਨ ਹੋ। ਮੈਂ ਲੜਾਈ ਕਰਦੇ ਮੰਨਦੇ ਨਹੀਂ ਲੋਕਾਂ ਦੀ ਗੱਲ। ਤਾਂ ਬੋਲੀਕਾਰ ਸਾਰਾ ਕੁਝ ਹੋ ਗਿਆ। ਹੁਣ ਵੀ ਆਪਾਂ ਬਾਜਤ ਹੈਗੇ ਆ ਬੈਠਣ ਵਾਸਤੇ। ਇਹ ਤਣਾਅਪੂਰਨ ਵਾਲੇ ਪਾਸੇ ਨੂੰ ਵਾਧਾ ਵੱਧ ਰਿਹਾ। ਤੁਹਾਨੂੰ ਇਹ ਕਹਿ ਰਿਹਾ ਨਾ ਵੀ ਤੁਸੀਂ ਜਾ ਕੇ ਕਾਨੂੰਨੀ ਤੁਹਾਡੇ ਕੋਲੇ ਪੈਨ ਤੇ ਕਾਗਜ਼ ਦਿੱਤਾ, ਜਾ ਕੇ ਥਾਣੇ ਜਾਓ। ਬਿਲਕੁਲ ਸਹਿਮਤ। ਉੱਥੇ ਦਿਓ ਲਿਖ ਕੇ, ਡੀਸੀ ਨੂੰ ਦਿਓ ਲਿਖ ਕੇ ਵੀ ਭਾਈ ਆਹ ਬੰਦਿਆਂ ਨੇ ਸਾਡੀ ਬੋਲੀ ਰਕਾਈ। ਸਾਰੀ ਗੱਲ ਮੰਨਦਾ। ਉਹ ਜੋ ਬਣਦੀ ਕਾਰਵਾਈ ਹੋ ਜੂਗੀ ਸਾਡੇ ਗੱਲ ਮੰਨਦਾ। ਲੇਕਿਨ ਨਿੱਜੀ ਜਿਹੜੇ ਤੁਸੀਂ ਨਿੱਜੀ ਵਾਲਾ ਵੀ ਜਾ ਕੇ ਲਿਖ ਕੇ ਦੇ ਦਿਓ ਨਾ।
ਜਿਹੜੇ ਤੁਹਾਡੇ ਤੇ ਕੋਈ ਜਾਤੀ ਨਿੱਜੀ ਤੌਰ ਤੇ ਕੋਈ ਗੱਲਾਂ ਹੋਈਆਂ ਉਹ ਵੀ ਲਿਖ ਕੇ ਦੇ ਦਿਓ ਜਾ ਅਸੀਂ ਕੇ। ਤੁਹਾਡੇ ਤੋਂ ਆਸ ਨਹੀਂ ਰੱਖ ਸਕਦੇ ਸਰ ਇੱਕ ਤੁਸੀਂ ਮਿੰਟ, ਭਰਾ ਹੋ ਇੱਕ ਮਿੰਟ, ਸਾਡੇ, ਇੱਕ ਮਿੰਟ ਸਰ, ਤੁਸੀਂ ਸਾਡੇ ਕਿਆ ਭਰਾ ਤੁਸੀਂ ਹੋ। ਸਾਡੇ ਲੋਕਾਂ ਦੇ ਰਿਪਰੈਜ਼ੈਂਟੇਟਿਵ ਹੋ, ਤੁਹਾਡੇ ਵੀ ਆ ਨਾਲ ਹੀ। ਨਹੀਂ ਮੈਂ ਉਹੀ ਕਹਿ ਰਿਹਾ, ਅਸੀਂ ਉਹ 'ਚ ਹੀ ਆ। ਕਿਆ ਇਹ ਗੱਲ ਠੀਕ ਹੈ? ਕਿਹੜੀ? ਨਹੀਂ, ਇੱਕ ਮਿੰਟ ਦੱਸੋ। ਤੁਸੀਂ ਨਹੀਂ ਮੰਨਦੇ ਜਦੋਂ ਮੈਂ ਫਿਰ ਜਨਤਾ ਜਨਾਰਦਨ ਕੀ ਕਰੂਗਾ? ਨਹੀਂ, ਸਭ ਕੁਝ ਠੀਕ ਹੈ, ਸਾਰੀ ਹਰ ਚੀਜ਼ ਦੀ ਪ੍ਰਕਿਰਿਆ, ਲੇਕਿਨ ਨਿੱਜੀ ਆਖੇਪ ਲਾਣਾ, ਮੈਂ ਕਿਹਾ ਨਿੱਜੀ ਦੋਸ਼ ਨਿੱਜੀ ਲਾਣਾ ਨਹੀਂ, ਉਹ ਤੁਹਾਨੂੰ ਗਲਤ ਇਹ ਹੈ। ਕਹਤਾ ਫਿਰ ਤੁਸੀਂ ਦੇ ਲਓ ਬੋਲੀ। ਨਹੀਂ ਤਾਂ ਮੈਂ ਵੀ ਕਹਿ ਸਕਦਾ ਫਿਰ ਵੀ ਜੇ ਹਟਦੇ ਨਹੀਂ, ਜੇ ਸਤਕਾਰ ਚਲੇ ਗਏ ਬੋਲੀ ਤੁਸੀਂ ਦੇਣ ਚਲੇ ਵਾਲਾ ਗਏ ਨਹੀਂ ਹੈ, ਤੁਸੀਂ ਤੇ ਦੇ ਲਓ। ਗੱਲ ਕਵਾਂਗੇ ਵੀ ਜੇ ਤੁਹਾਨੂੰ ਜੇ ਨਹੀਂ ਹੈ ਤਾਂ ਫਿਰ ਨਹੀਂ ਹੈ। ਤੁਹਾਨੂੰ ਕੋਈ ਨਹੀਂ ਲੱਗਦੀ ਹੈ, ਗੱਲ ਨਹੀਂ ਹੈ। ਤੁਸੀਂ ਜਾਓ, ਜਾ ਕੇ ਬਣਦੀ ਕਾਰਵਾਈ ਸਾਡੇ ਤੋਂ ਸ਼ੁਰੂ ਕਰੋ, ਮੇਰੇ ਤੋਂ ਸ਼ੁਰੂ ਕਰੋ ਵੀ ਭਾਈ ਇਹ ਉੱਥੇ ਲੋਕਾਂ ਨੂੰ ਲੀਡ ਕਰਦਾ ਸੀ, ਇਸ ਕਰਕੇ ਵਿਘਨ ਪਿਆ। ਜਾ ਕੇ ਤੁਸੀਂ ਬਣਦੀ ਕਾਰਵਾਈ ਕਰਾਓ ਸਾਡੇ ਤੇ। ਇੱਥੇ ਦਾ ਤਣਾਅ ਦੋਸਤ ਨਾ ਮਾਹੌਲ ਖਰਾਬ ਕਰੋ, ਤਣਾਅਪੂਰਨ ਸਥਿਤੀ ਨਾ ਬਣਾਓ। ਤੁਹਾਨੂੰ ਤਾਂ ਇਹ ਕਹਿੰਦੇ ਆ ਅਸੀਂ। ਹੁਣ ਜੇ ਤੁਹਾਨੂੰ ਚੰਗੇ ਤੁਸੀਂ ਅਫਸਰ ਹੋ, ਜੇ ਤੁਹਾਨੂੰ ਐਦਾਂ ਦਾ ਹਾਲਾਤ ਵੀ ਸਮਝ ਨਹੀਂ ਆਉਂਦਾ, ਫਿਰ ਮੈਂ ਕਹਿੰਦਾ ਵੀ ਇਹ ਵੀ ਅਫਸਰੀ ਵਾਲੀ ਜਿਹੜੀ ਆ ਸੋਚ ਸਮਝ ਨਹੀਂ ਹੈਗੀ। ਅਫਸਰ ਤਾਂ ਸਮੇਂ ਦੀ ਨਜਾਕਤ ਸਮਝਦੇ ਆ ਵੀ ਹਾਂ ਵੀ ਹਾਲਾਤ ਲੋਕਤੰਤਰ, ਲੋਕਾਂ ਦੀ ਆਵਾਜ਼ ਕੀ ਬੋਲਦੀ ਹੈ, ਤੇ ਚਲੀਏ ਜਾ ਕੇ ਆਪਣਾ ਪੈਨ ਤੇ ਕਾਗਜ਼ ਚੱਕੀ ਤੇ ਉੱਥੇ ਜਾ ਕੇ ਦਫ਼ਤਰ ਬਹਿ ਕੇ ਕਰੀਏ ਕਾਰਵਾਈ। ਅਸੀਂ ਕਹਿੰਦੇ ਸਾਡਾ ਉਹ ਕਰੋ ਜਾ ਕੇ। ਇੱਥੇ ਕਿਉਂ ਸਮਾਂ ਵੇਸਟ ਕਰਦੇ ਹੋ? ਕਿਉਂ ਲੋਕਾਂ ਨੂੰ ਗੁੱਸੇ 'ਚ ਲਿਆਉਂਦੇ ਹੋ? ਠੀਕ ਹੈ। ਬੋਲੇ ਸੋ ਨਿਹਾਲ। ਲੋਕ ਇਨਸਾਫ ਪਾਰਟੀ ਜਿੰਦਾਬਾਦ। ਲੋਕ ਇਨਸਾਫ ਲੋਕਤੰਤਰ, ਲੋਕਤੰਤਰ, ਲੋਕਤੰਤਰ। ਸਾਡਾ ਏਕਾ ਲੋਕਾਂ ਦਾ ਜਿੰਦਾਬਾਦ। ਏਕਤਾ ਪੰਜਾਬ, ਸਾਡੇ ਸਾਡਾ ਪਿੰਡ ਏਕਾ ਦਾ ਏਕਤਾ ਜਿੰਦਾਬਾਦ। ਜਿੰਦਾਬਾਦ। ਇਲਾਕੇ ਦੇ ਲੋਕਾਂ ਦਾ ਏਕਾ ਜਿੰਦਾਬਾਦ। ਇਸ ਮਾਮਲੇ 'ਚ ਸਿਮਰਜੀਤ ਬੈਂਸ ਦਾ ਕੀ ਕਹਿਣਾ ਹੈ, ਤੁਸੀਂ ਉਹ ਵੀ ਸੁਣੋ। ਬਿਲਕੁਲ ਜਿਹੜੀ ਜੈਨੂਅਨ ਗੱਲ, ਜਿਹੜੀ ਬਿਲਕੁਲ ਸਹੀ ਕਾਨੂੰਨ ਦਾਇਰੇ ਦੇ ਵਿੱਚ ਹੈ, ਅਸੀਂ ਉਸ ਗੱਲ ਦੇ ਉੱਤੇ ਪਹਿਰਾ ਦੇਣ ਵਾਸਤੇ ਜਿਹੜੀ ਬਿਊਰੋਕ੍ਰੇਸੀ, ਅਫਸਰਸ਼ਾਹੀ, ਡੀਡੀਪੀਓ, ਪੀਡੀਓ ਜਾਂ ਹੋਰ ਅਫਸਰ ਸਾਹਿਬਾਨ ਆਏ, ਉਹ ਕਨਵਿੰਸ ਵੀ ਹੋਏ ਆ। ਤੁਹਾਡੀ ਹਾਜ਼ਰੀ ਦੇ ਵਿੱਚ ਸਾਰੀ ਬੜੀ ਹੈਲਦੀ ਡਿਬੇਟ ਹੋਈ ਆ। ਲੋਕਤੰਤਰ ਇਹਦੇ ਉੱਤੇ ਨਾ ਅਫਸਰ ਉੱਤੇ ਆ, ਨਾ ਮੈਂ ਉੱਤੇ ਆ। ਅਸੀਂ ਸਾਰੇ ਇਹਨਾਂ ਦੇ ਆਦੇਸ਼ ਤੋਂ ਉੱਤੇ ਨਹੀਂ ਹੈਗੇ। ਸੋ ਇਸ ਕਰਕੇ ਬੋਲੀ ਪੋਸਟਪੋਨ ਕਰਤੀ। ਗ੍ਰਾਮ ਸਭਾ ਇੱਕ ਤਰਜ ਹੁੰਦੀ ਹੈ, ਜਿਵੇਂ ਸਾਡੇ ਸੂਬੇ ਦੀ ਵਿਧਾਨ ਸਭਾ, ਉਹਦੇ ਵਿੱਚ ਮੁੱਖ ਮੰਤਰੀ ਆ, ਕੈਬਨਿਟ ਆ, ਅਸੈਂਬਲੀ ਆ। ਅਸੈਂਬਲੀ ਫੈਸਲਾ ਅਲੱਗ ਸਕਦੀ ਆ ਸਰਕਾਰ ਦਾ। ਇਸੇ ਤਰੀਕੇ ਪਿੰਡ ਦੇ ਵਿੱਚ ਗ੍ਰਾਮ ਸਭਾ, ਸਰਪੰਚ ਇਹ ਮੰਨ ਲਓ ਕਿ ਮੁੱਖ ਮੰਤਰੀ ਆ, ਪੰਚ ਜਿਹੜੇ ਮੰਤਰੀ ਆ, ਗ੍ਰਾਮ ਸਭਾ ਹੈਗੀ ਆ ਅਸੈਂਬਲੀ। ਅਸੈਂਬਲੀ ਸਰਕਾਰ ਦਾ ਫੈਸਲਾ ਲੱਗ ਸਕਦੀ ਹੈ ਤੇ ਗ੍ਰਾਮ ਸਭਾ ਪੰਚਾਇਤ ਦਾ ਫੈਸਲਾ ਮਤਾ ਲੱਗ ਸਕਦੀ ਹੈ। ਸੋ ਇਹ ਗ੍ਰਾਮ ਸਭਾ ਦਾ ਇਜਲਾਸ ਅਸੀਂ ਡੀਡੀਪੀਓ ਸਾਹਿਬ ਨੂੰ ਵੀ ਕਹਿਤਾ ਵੀ ਉਹ ਨਿਯਮਾਂ ਅਨੁਸਾਰ ਵੀ ਪਾ ਕੇ ਦੇ ਦੇਵਾਂਗੇ ਤੁਹਾਨੂੰ, ਆਲਰੇਡੀ ਵੀ ਪਾਤਾ ਹੋਇਆ। ਪਰ ਅਸੀਂ ਜ਼ਮੀਨ ਕਿਸੇ ਵੀ ਕੀਮਤ ਦੇ ਉੱਤੇ ਜਿਹੜੀ ਉਹ ਕਿਸੇ ਇੰਡਸਟਰੀ ਨੂੰ, ਕਿਉਂਕਿ ਸੁਪਰੀਮ ਕੋਰਟ ਜਿਹੜਾ ਮੈਂ ਸੁਣ ਰਿਹਾ ਸੀ ਤੁਹਾਨੂੰ ਕਹਿ ਕੇ ਗਏ ਆ ਸਤਿਕਾਰਯੋਗ ਡੀਡੀਪੀਓ ਸਾਹਿਬ ਕਿ ਇਹ ਸਿਰਫ ਜਿਹੜੇ ਨਜਾਇਜ਼ ਕਾਬਜ਼ਕਾਰਾਂ ਦੇ ਵਾਸਤੇ ਹੀ ਇਹ ਹੈਗਾ। ਇਹ ਜਿਹੜੀ ਜ਼ਮੀਨ ਆ ਉਹ ਦਿੱਤੀ ਜਾ ਸਕਦੀ ਹੈ। ਇਹਦੇ 'ਚ ਮੈਂ ਪਹਿਲਾਂ ਤੁਹਾਡੀ ਹਾਜ਼ਰੀ ਦੇ ਵਿੱਚ ਵੀ ਕੋਟ ਕੀਤਾ ਸੁਪਰੀਮ ਕੋਰਟ ਨੇ ਕੀ ਕਿਹਾ। ਸੁਪਰੀਮ ਕੋਰਟ ਨੇ ਡਿਫਾਈਨ ਕਰਤਾ। ਸੁਪਰੀਮ ਕੋਰਟ ਦਾ ਫੈਸਲੇ ਦੀ ਕਾਪੀ ਲਿੰਕ ਮੈਂ ਤੁਹਾਨੂੰ ਦੇ ਦੇਣਾ, ਪੜ੍ਹ ਲਿਓ। ਉਹਨਾਂ ਨੇ ਡਿਫਾਈਨ ਕਰਤਾ ਵੀ ਇਹ ਜਿਹੜੀ ਪੰਚਾਇਤੀ ਜ਼ਮੀਨ ਆ ਨਾ ਠੇਕੇ ਤੇ ਨਾ ਵੇਚੀ ਜਾ ਸਕਦੀ ਹੈ, ਪਹਿਲੀ ਗੱਲ। ਦੂਸਰਾ ਉਹਨਾਂ ਨੇ ਡਿਫਾਈਨ ਕੀਤਾ ਵੀ ਪੰਚਾਇਤੀ ਜ਼ਮੀਨ ਕਿਹੜੇ ਪਰਪਸ ਲਈ ਯੂਟਿਲਾਈਜ਼ ਹੋ ਸਕਦੀ ਹੈ, ਵਰਤੋਂ ਤੇ। ਕੋਈ ਸਰਕਾਰੀ ਸਕੂਲ ਹੈਗਾ, ਸਰਕਾਰੀ ਡਿਸਪੈਂਸਰੀ ਆ, ਕੋਈ ਖੇਡ ਦਾ ਮੈਦਾਨ ਹੈਗਾ, ਦਲਿਤ ਭਾਈਚਾਰਾ ਜਿਹੜਾ ਪਿੰਡ ਦੇ ਅੰਦਰ ਗਰੀਬ ਆ ਉਹਨੂੰ ਮਕਾਨ ਬਣਾ ਕੇ ਦੇਣ ਵਾਸਤੇ, ਕਿਸੇ ਦਲਿਤ ਪਰਿਵਾਰ ਨੇ, ਦਲਿਤ ਲੋਕਾਂ ਨੇ ਕੋਈ ਉੱਥੇ ਆਪਣੀ ਧਰਮਸ਼ਾਲਾ, ਜੰਝ ਘਰ, ਉਹਨਾਂ ਦੀ ਬਿਹਤਰੀ ਵਾਸਤੇ। ਇਹ ਡਿਫਾਈਨ ਬਾਏ ਸੁਪਰੀਮ ਕੋਰਟ ਹੈ। ਹੁਣ ਨਾ ਤਾਂ ਸਾਡੀ ਸਟੇਟ ਦੀ ਅਸੈਂਬਲੀ, ਨਾ ਦੇਸ਼ ਦੀ ਸਰਕਾਰ, ਨਾ ਸਟੇਟ ਦੀ ਗਵਰਨਮੈਂਟ ਉਹ ਸੁਪਰੀਮ ਕੋਰਟ ਤੋਂ ਉੱਤੇ ਨਹੀਂ ਹੈਗੀ। ਐਂਡ ਇਸ ਹੁਕਮ ਦੇ ਵਿੱਚ ਜਸਟਿਸ ਮਾਰਕੰਡੇ ਕਾਟਜੂ ਤੇ ਜਸਟਿਸ ਸੁਧਾ ਮਿਸ਼ਰਾ, ਗਿਆਨ ਸੁਧਾ ਮਿਸ਼ਰਾ ਹੋਰਾਂ ਨੇ ਦੇਸ਼ ਦੇ ਅੰਦਰ ਸਾਰੇ ਸਟੇਟਾਂ ਦੇ ਚੀਫ ਸੈਕਟਰੀਆਂ ਨੂੰ ਐਂਡ ਯੂਟੀ ਯੂਨੀਅਨ ਟੈਰੀਟਰੀ, ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਚੀਫ ਸੈਕਟਰੀ ਨੂੰ ਆਦੇਸ਼ ਕੀਤਾ ਵੀ ਤੁਸੀਂ ਹਰ ਸਾਲ ਆਪਣੀ ਸਟੇਟ ਦੇ ਅੰਦਰ ਜਿਹੜੀ ਪੰਚਾਇਤੀ ਜ਼ਮੀਨ ਹੈ, ਚਾਹੇ ਉਹ ਮੁਸ਼ਤਰਕਾ ਮਾਲਕਾਨ ਜੁਮਲਾ, ਚਾਹੇ ਉਹ ਦੇਸ਼ ਸ਼ਾਮਲਾਟ, ਉਹਦੀ ਰਿਪੋਰਟ ਦੇਣੀ ਹੈ ਸੁਪਰੀਮ ਕੋਰਟ ਨੂੰ ਵੀ ਕਿਤੇ ਕੋਈ ਲੈਂਡ ਮਾਫੀਆ, ਗਵਰਨਮੈਂਟ ਨੇ ਹੈਂਡ ਐਂਡ ਗਲਵਸ ਹੋ ਕੇ ਲੈਂਡ ਮਾਫੀਆ ਲੋਕਾਂ ਨੂੰ ਕੌਡੀਆਂ ਦੇ ਭਾਅ ਤੇ ਜ਼ਮੀਨ ਦੇਣ ਵਾਸਤੇ ਕੋਈ ਰਾਹ ਰਸਤਾ ਤਾਂ ਨਹੀਂ ਅਖਤਿਆਰ ਕਰ ਲਿਆ। ਹੁਣ ਤੁਹਾਨੂੰ ਮੈਂ ਅਸਲੀ ਗੱਲ ਦੱਸਦਾ, ਇਹ ਤੁਰੇ ਕਿਉਂ ਇਸ ਪਾਸੇ ਨੂੰ। ਬਾਦਲਾਂ ਦਾ ਜਿਹੜਾ ਸੁਖ ਵਿਲਾਸ ਆ ਉਹ ਪੰਚਾਇਤੀ ਲੈਂਡ ਦੇ ਉੱਤੇ ਬਣਿਆ ਹੋਇਆ। 45 ਏਕੜ ਮੈਂ ਤੁਹਾਨੂੰ ਆਪਣੀ ਗੱਡੀ ਦੇ ਵਿੱਚ ਮੇਰੇ ਕੋਲ ਸ਼ਜਰਾ ਪਿਆ, ਮੇਰੇ ਕੋਲੇ ਫਰਦਾਂ ਪਈਆਂ ਨੇ। ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਮਹਿਲ ਨਵਾਂ ਬਣਿਆ ਨਵੇਂ ਚੰਡੀਗੜ੍ਹ ਦੇ ਵਿੱਚ, ਸ਼ਿਵਾਲਿਕ ਦੀਆਂ ਪਹਾੜੀਆਂ ਦੇ ਪੈਰਾਂ ਦੇ ਵਿੱਚ, ਉਹ ਪੰਚਾਇਤੀ ਜ਼ਮੀਨ ਤੇ ਬਣਿਆ।
ਉਹ ਆਪਣੀ ਪੰਚਾਇਤੀ ਜ਼ਮੀਨ ਕੌਡੀਆਂ ਦੇ ਭਾਅ ਤੇ ਖਰੀਦ ਕੇ ਅਰਬਾਂ ਰੁਪਈਏ ਦੀ ਇਨਵੈਸਟਮੈਂਟ ਉਹਦਾ ਭਵਿੱਖ ਸੁਰੱਖਿਅਤ ਕਰਨ ਵਾਸਤੇ ਹੱਥ ਠੁੱਕੇ ਬਣਾਏ ਹੋਏ ਇਹਨਾਂ ਨੇ ਸਾਰੇ। ਸੋ ਇਹ ਅੱਜ ਸਾਡੀ ਬੇਨਤੀ ਮੰਨ ਕੇ ਜਿਹੜੀ ਸੰਗਤ ਰੂਪ ਬੇਨਤੀ ਸੀ ਲੋਕਤੰਤਰ ਦੀ ਚਲੇ ਗਏ, ਪੋਸਟਪੋਨ ਕਰਤਾ। ਜਿਹੜੇ ਸਨਅਤਕਾਰ ਆਏ ਉਹ ਵੀ ਸਮਝ ਗਏ। ਮੈਂ ਖੁਦ ਇੰਡਸਟਰੀਲਿਸਟ ਹਾਂ, ਮੈਂ ਇੰਡਸਟਰੀ ਦਾ ਵਿਰੋਧ ਨਹੀਂ ਕਰਦਾ, ਇੰਡਸਟਰੀ ਲਾਓ ਜੰਮ ਕੇ, ਪਰ ਉਹ ਇੰਡਸਟਰੀ ਲਾਓ 2013 ਦੇ LARR ਕਾਂਗਰਸ ਪਾਰਟੀ ਰਾਹੁਲ ਗਾਂਧੀ ਸਾਹਿਬ ਨੂੰ ਮੈਂ ਚਿੱਠੀ ਲਿਖਣਾ ਆ ਕਿ ਰਾਹੁਲ ਜੀ ਤੁਹਾਡੀ ਪਾਰਟੀ ਨੇ ਦੇਸ਼ ਪੱਧਰੀ ਇਹ ਕ੍ਰੈਡਿਟ ਲਿਆ ਕਿ ਅਸੀਂ 2013 ਦੇ ਵਿੱਚ ਲੈਂਡ ਐਕੁਜੀਸ਼ਨ ਐਕਟ ਲੈ ਕੇ ਆਏ ਕਿ ਅਸੀਂ ਪੰਚਾਇਤੀ ਜ਼ਮੀਨਾਂ ਅਧਿਗ੍ਰਹਿਣ ਨਹੀਂ ਹੋਣ ਦੇਵਾਂਗੇ, ਤੇ ਤੁਹਾਡੀ ਪਾਰਟੀ ਦਾ ਮੁੱਖ ਮੰਤਰੀ ਤੁਹਾਡੀ ਪਾਰਟੀ ਦੀ ਕੈਬਨਿਟ ਆਰਡੀਨੈਂਸ ਪਾਸ ਕਰ ਰਹੀ ਆ। ਮੈਂ ਇੱਕ ਚਿੱਠੀ ਲਿਖੀ ਆ ਜਿਹੜੀ ਇਹਨੂੰ ਆਪਣੇ ਪੈਡ ਦੇ ਉੱਤੇ ਰਾਹੁਲ ਗਾਂਧੀ ਨੂੰ ਲਿਖ ਰਿਹਾ ਵੀ ਇਹ ਤੁਹਾਡੀ ਪਾਰਟੀ ਦਾ ਮੁੱਖ ਮੰਤਰੀ ਕੀ ਤੁਹਾਡੀ ਪਾਰਟੀ ਦੀ ਪਾਲਿਸੀ ਤੋਂ ਉੱਤੇ ਹੋ ਗਿਆ। ਮੈਂ ਉਹਨਾਂ ਨੂੰ ਲੈਟਰ ਲਿਖਿਆ। ਇਹਦੇ ਵਿੱਚ ਮੈਂ ਜਿਹੜਾ ਰਾਹੁਲ ਗਾਂਧੀ ਦਾ ਆਫੀਸ਼ੀਅਲ ਪੇਜ ਹੈਗਾ rahulgandhi.in ਉਹਦੇ ਤੋਂ ਉਹਨਾਂ ਦੀ ਸਟੇਟਮੈਂਟ ਲਈ ਆ, ਉਹਨਾਂ ਦੇ ਆਫੀਸ਼ੀਅਲ ਪੇਜ ਦੇ ਉੱਤੋਂ ਕਿ ਕਾਂਗਰਸ ਪਾਰਟੀ ਦੇਸ਼ ਪੱਧਰੀ ਉਹਨਾਂ ਦੀ ਪਾਲਿਸੀ ਕੀ ਹੈਗੀ ਆ। ਤੇ ਕੈਪਟਨ ਅਮਰਿੰਦਰ ਸਿੰਘ ਆਪਣੀ ਪਾਰਟੀ ਦੀ ਪਾਲਿਸੀ ਤੋਂ ਵੱਧ ਨਹੀਂ ਹੈਗੇ। ਕੈਪਟਨ ਅਮਰਿੰਦਰ ਸਿੰਘ ਸਿਰਫ ਤੇ ਸਿਰਫ ਜਾਤੀ ਤੌਰ ਤੇ ਉੱਤੇ ਜਿਹੜਾ ਮਹਿਲ ਬਣ ਗਿਆ ਪੰਚਾਇਤੀ ਜ਼ਮੀਨ ਦੇ ਉੱਤੇ, ਬਾਦਲਾਂ ਦਾ ਸੁਖ ਵਿਲਾਸ ਬਣ ਗਿਆ ਪੰਚਾਇਤੀ ਜ਼ਮੀਨ ਦੇ ਉੱਤੇ, ਉਹ ਅਰਬਾਂ ਰੁਪਈਆ ਲੱਗ ਗਿਆ ਉਹਦਾ ਭਵਿੱਖ ਸੁਰੱਖਿਅਤ ਕਰਨ ਵਾਸਤੇ ਪੰਜਾਬ ਦੀ 1,53,000 ਏਕੜ ਜ਼ਮੀਨ ਨੂੰ ਕੌਡੀਆਂ ਦੇ ਭਾਅ ਦੇ ਉੱਤੇ ਲੈਂਡ ਮਾਫੀਆ ਲੋਕਾਂ ਨੂੰ ਦੇਣ ਦੀਆਂ ਸਕੀਮਾਂ ਕੱਢਦੇ ਆ। ਪੰਜਾਬ ਦੇ ਲੋਕ ਕਦੇ ਵੀ ਪ੍ਰਵਾਨ ਨਹੀਂ ਹੋਣ ਦੇਣਗੇ। ਬੈਂਸਾ ਪਹਿਲੀ ਕਿਰਿਆ ਜਿਹੜੀ ਸ਼ੁਰੂ ਹੋਈ ਸੀ ਜਿਹੜਾ ਪਿਛਲੇ ਦਿਨੀ ਇਸੇ ਕਾਨੂੰਨ ਦੇ ਤਹਿਤ ਜ਼ਮੀਨਾਂ ਉਦਯੋਗ ਲੁਧਿਆਣੇ ਚ ਪਹਿਲਾ ਕੇਸ ਪੰਜਾਬ ਦਾ ਸ਼ਾਇਦ ਇਹ ਕੀ ਕਹਿਣਾ ਚਾਹੋਗੇ ਜਿਵੇਂ ਮੈਂ ਤੁਹਾਡਾ ਜਿੱਥੇ ਮੈਨੂੰ ਦੇਖੋ ਮੈਂ ਪੱਤਰਕਾਰ ਦੋਸਤਾਂ ਦਾ ਬੜਾ ਰਿਣੀ ਆ। ਮੈਨੂੰ ਇੱਕ ਪੱਤਰਕਾਰ ਦੋਸਤ ਦਾ ਸਮਰਾਲੇ ਤੋਂ ਕਾਲ ਗਿਆ ਕਿ 12 ਤਰੀਕ ਨੂੰ ਇੱਕ ਬੋਲੀ ਹੋਣ ਜਾ ਰਹੀ ਹੈ ਪਿੰਡ ਖਾਨਪੁਰ ਮੰਡ। ਮੈਂ ਦੱਸਿਆ ਵੀ ਇਹਨਾਂ ਨੂੰ ਪਿੰਡ ਵਾਲਿਆਂ ਨੂੰ ਵੀ ਦੱਸਿਆ, ਮੈਨੂੰ ਨਹੀਂ ਸੀ ਜਾਣਕਾਰੀ। ਮੈਨੂੰ ਉਹ ਰਿਪੋਰਟਰ ਦਾ ਜਦੋਂ ਫੋਨ ਗਿਆ ਮੈਂ ਅਖਬਾਰ ਉਹਦਾ ਉਹ ਇਸ਼ਤਿਹਾਰ ਲੱਭਿਆ ਇਹਨਾਂ ਤੋਂ WhatsApp ਵੀ ਉਸ ਪੱਤਰਕਾਰ ਤੋਂ ਕਰਾਇਆ। ਫਿਰ ਮੈਂ ਪਿੰਡ ਦੇ ਲੋਕਾਂ ਕੋਲੇ ਆਪਣੇ ਪਾਰਟੀ ਦੇ ਮੈਂਬਰ ਭੇਜੇ ਵੀ ਜਾਓ ਪਿੰਡ ਦੇ ਲੋਕਾਂ ਨੂੰ ਜਾਗਰੂਕ ਕਰੋ। ਬੋਲੀ ਕਰਵਾਉਣ ਪਹੁੰਚੇ DDPO ਲੁਧਿਆਣਾ ਪਿਊਸ਼ ਚੰਦਰ ਦਾ ਕਹਿਣਾ ਹੈ ਕਿ ਪਿੰਡ ਦਾ ਮਾਹੌਲ ਖਰਾਬ ਹੋ ਜਾਣ ਕਾਰਨ ਬੋਲੀ ਰੱਦ ਕੀਤੀ ਗਈ ਹੈ। ਦੁਬਾਰਾ ਪਾਰਦਰਸ਼ੀ ਢੰਗ ਦੇ ਨਾਲ ਇਸ਼ਤਿਹਾਰ ਦੇ ਕੇ ਬੋਲੀ ਕਰਵਾਈ ਜਾਵੇਗੀ। ਇਹਦੀ ਪਹਿਲੀ ਕਿੰਨੀ ਕੀਮਤ ਰੱਖੀ ਹੋਈ ਸੀ ਜਿਹੜੀ ਉਹ ਅਸੀਂ ਦੇਖ ਕੇ ਦੱਸਾਂਗੇ ਰਿਕਾਰਡ ਕਿੰਨੀ ਮਿਨੀਮਮ ਪ੍ਰਾਈਸ ਫਿਕਸ ਹੋਈ ਸੀ। ਤੋਂ ਤੁਸੀਂ ਅੱਜ ਬੋਲੀ ਰਿਜੈਕਟ ਕਰਦੇ ਹੋ, ਬੋਲੀ ਕੈਂਸਲ ਕਰਦੇ ਹੋ? ਫਿਲਹਾਲ ਪੋਸਟਪੋਨ ਕੀਤੀ ਜਾਵੇ। ਕਿਉਂ ਕਿੰਨੇ ਦਿਨ ਲਈ ਕਾਰਨ ਕੀ ਹੈ ਪੋਸਟਪੋਨ ਕਰਨ ਦਾ ਕਾਰਨ? ਹਾਲਾਤ ਦੇ ਮੁਤਾਬਕ। ਕਿਉਂ ਹਾਲਾਤ ਕੌਣ ਖਰਾਬ ਕਰ ਰਿਹਾ? ਤੁਹਾਡੇ ਸਾਹਮਣੇ ਹੀ ਸਰ। ਨਹੀਂ ਸਾਹਮਣੇ ਨਹੀਂ ਹੈ, ਕੈਮਰੇ ਸਾਹਮਣੇ ਦੱਸ ਦਿਓ ਨਾ ਕਿਉਂਕਿ ਲੋਕਾਂ ਨੂੰ ਤਾਂ ਪਤਾ ਨਹੀਂ। ਲੋਕਾਂ ਨੂੰ ਪਤਾ ਹੀ ਜੀ ਕੌਣ ਨਾਮ ਦੱਸ ਕੇ ਕੁਛ ਦੱਸੋ ਵੀ ਕਿਹੜੀ ਪਾਰਟੀ ਖਰਾਬ ਕਰ ਰਹੀ ਆ? ਪਾਰਟੀ ਤੋਂ ਮੈਨੂੰ ਕੋਈ ਨਹੀਂ ਪਤਾ। ਕੋਈ ਬਾਹਰੋਂ ਆਇਆ ਕੋਈ ਵਿਅਕਤੀ? ਲੋਕਾਂ ਨੇ ਇਹਨੇ ਕਿ ਪਿੰਡ ਦੇ ਲੋਕ ਇਦਾਂ ਕਹਿ ਰਹੇ ਨੇ ਵੀ ਅਸੀਂ ਬੋਲੀ ਨਹੀਂ ਹੋਣ ਦੇਣੀ। ਜੀ ਅਸੀਂ ਉਸ ਮੁਤਾਬਕ ਜੀ ਅੱਛਾ, ਇੱਕ ਵਿਧਾਇਕ ਸਿਮਰਜੀਤ ਬੈਂਸ ਜਿਹੜੇ ਆਏ ਸੀ ਉਹਨਾਂ ਨੇ ਤੁਹਾਨੂੰ ਸੁਪਰੀਮ ਕੋਰਟ ਦੀਆਂ ਜੱਜਮੈਂਟ ਪੜ੍ਹ ਕੇ ਸੁਣਾਈਆਂ ਨੇ, ਤੁਸੀਂ ਉਹਨਾਂ ਨਾਲ ਸਹਿਮਤ ਹੋ? ਨਹੀਂ ਸਰ। ਨਹੀਂ, ਸੁਪਰੀਮ ਕੋਰਟ ਦੀ ਤਾਂ ਜੱਜਮੈਂਟ ਸਾਰੇ ਦੇਸ਼ ਵਿੱਚ ਲਾਗੂ ਹੈ ਬਟ ਇਸ ਕੇਸ ਵਿੱਚ ਲਾਗੂ ਨਹੀਂ ਹੈ। ਜੀ ਉਹ ਸਿਰਫ ਨਜਾਇਜ਼ ਕਬਜ਼ਿਆਂ ਬਾਰੇ ਹੈ ਜਿਹੜੇ ਟੋਬਿਆਂ ਦੇ ਸ਼ਾਮਲ ਜ਼ਮੀਨਾਂ ਜੀ ਉਹਨਾਂ ਦੇ ਬਾਰੇ ਹੈ ਕਿ ਇਸ ਜਿਹੜੀ ਲੀਜ਼ ਦੀ ਪਾਲਿਸੀ ਦੇ ਲਾਗੂ ਨਹੀਂ ਹੈ। ਜੀ ਨਹੀਂ ਹੈ। ਇਹ ਪਾਲਿਸੀ ਬਾਰੇ ਥੋੜੀ ਜਿਹੀ ਡਿਟੇਲ ਦੇ ਦਿਓ। ਇਹ ਪਾਲਿਸੀ ਸਰਕਾਰ ਨੇ ਬਣਾਈ ਹੈ 33 ਸਾਲਾ ਲੀਜ਼ ਜਿਹੜੀ ਪੰਚਾਇਤ ਦੀ ਲੈਂਡ ਹੈ ਜੀ ਦਿੱਤੀ ਜਾ ਸਕਦੀ ਹੈ। ਜੀ ਅੱਛਾ, ਅੱਜ ਪੋਸਟਪੋਨ ਕਰ ਰਹੇ ਹੋ? ਨਿਰਧਾਰਤ ਪ੍ਰਕਿਰਿਆ ਆਪਣਾ ਅੱਜ ਪੋਸਟਪੋਨ ਹੋ ਰਹੀ ਆ ਜਾਂ ਕੋਈ? ਹਾਂਜੀ ਪੋਸਟਪੋਨ ਕਰ ਰਹੇ ਜੀ ਕੋਈ ਕਦੋਂ ਦੁਬਾਰਾ ਫੇਰ? ਬਾਕੀ ਪਾਰਦਰਸ਼ੀ ਢੰਗ ਨਾਲ ਅਖਬਾਰ ਚੱਲ ਰਹੀ ਹੈ। ਪੰਚਾਇਤ ਨੇ ਕਹਿਤਾ ਵੀ ਦੁਬਾਰਾ ਵੀ ਮਤਲਬ ਸਾਡੀ ਬੋਲੀ ਨਾ ਕੀਤੀ ਜਾਵੇ। ਫਿਰ ਇਹ ਗੱਲ ਜ਼ਬਾਨੀ ਕਹਿਣ ਦੀ ਨਹੀਂ ਹੁੰਦੀ ਹੈ, ਲਿਖਤੀ ਰੂਪ ਸਭ ਕੁਝ ਲਿਖਤੀ ਜਾਊਗਾ, ਵਿਚਾਰਿਆ ਜਾਊਗਾ, ਕਾਨੂੰਨ ਮੁਤਾਬਕ ਦੇਖਿਆ ਜਾਊਗਾ। DDPO ਸਾਹਿਬ 33 ਸਾਲੇ ਲਈ ਕੀ ਇੰਡਸਟਰੀ ਹੈ ਐਲੀਜੀਬਲ ਜਾਂ ਕੋਈ ਹੋਰ ਪ੍ਰਕਿਰਿਆ ਵੀ ਹੈ? ਮੈਂ ਸਮਝਿਆ ਨਹੀਂ ਤੁਹਾਡੀ ਵੀ ਇੱਥੇ ਇੰਡਸਟਰੀ ਲੱਗ ਕੱਲੀ 33 ਸਾਲਾ ਇੰਡਸਟਰੀਲਿਸਟਾਂ ਨੂੰ ਦੇਣੀਆਂ ਜਾਂ ਪਾਲਿਸੀ ਵਿੱਚ ਬੜਾ ਕੁਝ ਕਰਦਾ ਤੂੰ ਡਿਟੇਲ ਤੁਸੀਂ ਪਾਲਿਸੀ ਕਾਪੀ ਚਾਹੀਏ ਤੁਹਾਡੇ ਚਲੋ ਤੁਸੀਂ ਵੀਡੀਓ ਤੋਂ ਬਣ ਰਹੀ ਹੈ ਅਪ ਟੂ 33 ਇਅਰਸ ਜਿਹੜੀ ਗ੍ਰਾਮ ਪੰਚਾਇਤ ਦੀ ਲੈਂਡ ਫਲਾਈਟ ਮੋਡ ਨਹੀਂ ਨਾ ਸਕਦਾ ਹੁੰਦਾ ਇੰਡਸਟਰੀ ਵਾਸਤੇ ਬੇਵਕੂਫ ਨਾ ਬਤਾ ਹੋਰ ਕਮਾਂ ਵਾਸਤੇ। ਠੀਕ ਹੈ, ਇਹੀ ਚਾਹੀਦਾ। ਧੰਨਵਾਦ। ਸਿਮਰਜੀਤ ਬੈਂਸ ਵੱਲੋਂ ਪੰਜਾਬ ਦੇ ਮੁੱਦੇ ਚੁੱਕੇ ਜਾਂਦੇ ਨੇ, ਚਾਹੇ ਉਹ ਪਾਣੀਆਂ ਦਾ ਮੁੱਦਾ ਹੋਵੇ ਜਾਂ ਫਿਰ ਬਿਜਲੀ ਦੀਆਂ ਵਧੀਆਂ ਕੀਮਤਾਂ ਦਾ ਮੁੱਦਾ। ਪਰ ਹੁਣ ਸਰਕਾਰੀ ਬੋਲੀ ਨੂੰ ਰੱਦ ਕਰਵਾ ਕੇ ਬੈਂਸ ਨੇ ਨਵੀਂ ਜੰਗ ਸ਼ੁਰੂ ਕਰ ਦਿੱਤੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਇਸ ਮਾਮਲੇ ਤੇ ਕੀ ਐਕਸ਼ਨ ਲੈਂਦੀ ਹੈ। ਖੰਨਾ ਤੋਂ ਰਵਿੰਦਰ ਸਿੰਘ ਢਿੱਲੋਂ ਦੀ ਰਿਪੋਰਟ, D5 ਚੈਨਲ ਪੰਜਾਬੀ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।